ਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ प्रसाद। कोट पराध हमारे खंडो अनक विधि समझावो। हम ज्ञान अलप मत थोड़ी तुम आपन बिरद रखावो। तुमरी शरण तुम्हारी आशा तुम ही सजन सुहेले। राखो राखण हार दयाला नानक करके गोले। राखो राखण हार दयाला नानक करके गोले। वाहिगुरु जी का खालसा वाहिगुरु जी की फतेह। जाको हर रंग लागो इस युग में सो कहियत है सूरा। आत्म जिणे सगल वस ताके जाका सतगुर पूरा। ठाकुर गाइए आत्म रंग सरनी पावन नाम त्यावन सहज समावन संग। जन के चरण वसे मेरे हीरे संग पुनीता देही। जन की तूर देहो कृपा निद नानक कै सुख एही। जन की तूर देहो कृपा निद नानक कै सुख एही। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਧਨਾਸਰੀ ਰਾਗ ਵਿੱਚ ਇਸ ਸ਼ਬਦ ਵਿੱਚ ਗੁਰੂ ਸਾਹਿਬ ਉਹਨਾਂ ਸੂਰਵੀਰਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਤੇ ਉਸ ਨਾਮ ਦਾ ਰੰਗ ਲੱਗ ਗਿਆ ਹੈ। ਜਾਂਕੋ हर रंग लागो इस युग में सो कहियत है सूरा। सूरा ਉਹ ਵੀ ਹੁੰਦੇ ਹਨ ਜਿਹੜੇ ਜੰਗੇ ਮੈਦਾਨ ਦੇ ਵਿੱਚ ਜੂਝਦੇ ਹਨ। ਸੂਰਵੀਰ ਉਸ ਨੂੰ ਵੀ ਕਿਹਾ ਜਾਂਦਾ ਹੈ। ਇੱਕ ਸੂਰਵੀਰ ਇਹ ਵੀ ਹਨ ਜਿਨ੍ਹਾਂ ਨੇ ਆਪਣੇ ਵਿਕਾਰਾਂ ਦੇ ਉੱਤੇ ਕਾਬੂ ਪਾ ਲਿਆ ਹੈ। ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਗਏ ਹਨ। ਇਹ ਨਹੀਂ ਕਿ ਮਾਇਆ ਛੱਡੀ ਨਹੀਂ ਹੈ, ਮਾਇਆ ਤੋਂ ਅਲੁਲੇਪ ਹੋ ਗਏ ਹਨ। ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਦ ਸਗਲ ਤੇ ਉਦਾਸ। ਸਾਰਿਆਂ ਦੇ ਵਿੱਚ ਰਹਿੰਦੇ ਹੋਏ ਸਭ ਕੇ ਮਦ ਸਗਲ ਤੇ ਉਦਾਸ। ਸਾਰਿਆਂ ਦੇ ਵਿੱਚ ਉਦਾਸੀ ਭਾਵ ਉਸ ਪ੍ਰਭੂ ਤੋਂ ਵਿਛੋੜੇ ਦਾ ਅੰਦਰ ਗਮ ਉਹ ਸਦਾ ਚੱਲਦਾ ਹੈ। ਸੋ ਸਤਿਗੁਰੂ ਪਾਤਸ਼ਾਹ ਇਸ ਸ਼ਬਦ ਵਿੱਚ ਦੱਸ ਰਹੇ ਹਨ ਕਿ ਭਾਈ ਜਾਂ ਕੋ ਹਰ ਰੰਗ, ਜਿਹਨੂੰ ਹਰੀ ਦਾ ਰੰਗ, ਰੰਗ ਤੇ ਵੈਸੇ ਕਲਰ ਵੀ ਹੁੰਦੇ ਨੇ ਨੀਲਾ ਪੀਲਾ, ਪਰ ਗੁਰਬਾਣੀ ਵਿੱਚ ਜਿੱਥੇ ਵੀ ਰੰਗ ਆਉਂਦਾ ਹੈ ਜ਼ਿਆਦਾਤਰ ਜ਼ਿਕਰ ਪਿਆਰ ਹੈ, ਪ੍ਰੇਮ ਹੈ। ਤੋ ਪਾਤਸ਼ਾਹ ਕਹਿੰਦੇ ਨੇ ਜਿਹਨੂੰ ਹਰੀ ਦੇ ਨਾਮ ਦਾ ਪਿਆਰ ਲੱਗ ਗਿਆ ਹੈ, ਰੰਗ ਲੱਗ ਗਿਆ ਹੈ, ਇਸ ਯੁੱਗ ਦੇ ਵਿੱਚ, ਇਸ ਸੰਸਾਰ ਦੇ ਵਿੱਚ ਜਿਹਨੂੰ ਲੱਗ ਗਿਆ ਹੈ, ਉਹ ਦਰਅਸਲ ਸੂਰਾ ਹੈ। ਤਾਂ ਹੀ ਗੁਰੂ ਸਾਹਿਬ ਨੇ ਸਾਨੂੰ ਸੰਤ ਤੇ ਸਿਪਾਹੀ ਬਣਾਇਆ ਹੈ। ਸਿਪਾਹੀ ਵੀ ਸੂਰਾ ਹੈ ਤੇ ਸੰਤ ਵੀ ਸੂਰਾ ਹੈ। ਕਿਉਂ? ਕਿਉਂਕਿ ਸੂਰਾ ਉਹ ਹੁੰਦੇ ਹਨ ਜਿਨ੍ਹਾਂ ਦੇ ਅੰਦਰ ਮੈਦਾਨੇ ਜੰਗ ਵਿੱਚ ਕਿਸੇ ਦੇ ਨਾਲ ਨਿਹੱਥੇ ਤੇ ਵਾਰ ਨਹੀਂ ਕਰਦੇ,
ਕਿਸੇ ਨਾਲ ਬੇਜਾਤੀ ਨਹੀਂ ਕਰਦੇ। ਕਹਿਣ ਤੋਂ ਮੁਰਾਦ ਮਜ਼ਲੂਮ ਦੀ ਰੱਖਿਆ ਵਾਸਤੇ ਜਿਹੜੇ ਸੂਰਵੀਰ ਸੂਰਾ ਸੋ ਪਹਿਚਾਨੀਏ, ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਜਿਨ੍ਹਾਂ ਦੇ ਅੰਦਰ ਉਹ ਸੂਰਵੀਰਤਾ ਆਂਦੀ ਤਾਂ ਹੈ ਜੇ ਅੰਦਰ ਨਾਮ ਦਾ ਰੰਗ ਲੱਗਿਆ ਹੈ। ਬਹੁਤ ਇਤਿਹਾਸ ਹੈ ਸਾਡੇ ਪਾਸ, ਬਾਬਾ ਦੀਪ ਸਿੰਘ ਜੀ ਵਰਗੇ ਜਿਨ੍ਹਾਂ ਨੂੰ ਨਾਮ ਦਾ ਵੀ ਰੰਗ ਤੇ ਸੂਰਵੀਰਤਾ ਦਾ ਵੀ ਰੰਗ ਲੱਗਿਆ ਹੋਇਆ ਹੈ। ਭਾਈ ਮਨੀ ਸਿੰਘ ਜੀ ਵਰਗੇ, ਭਾਈ ਦਿਆਲਾ ਜੀ ਵਰਗੇ, ਭਾਈ ਤਾਰੂ ਸਿੰਘ ਜੀ ਵਰਗੇ ਬਹੁਤ ਇਤਿਹਾਸ ਸਾਡੇ ਵਿੱਚ ਹੈ। ਅੱਗੇ ਚੱਲ ਕੇ ਕਿਸੇ ਮਹਾਂਪੁਰਖ ਦਾ ਅਸੀਂ ਜ਼ਿਕਰ ਕਰਨ ਦਾ ਯਤਨ ਕਰਾਂਗੇ। ਤਾਂ ਪਾਤਸ਼ਾਹ ਕਹਿੰਦੇ ਨੇ ਭਾਈ ਇਸ ਯੁੱਗ ਦੇ ਵਿੱਚ ਉਹ ਐਸੇ ਵੀ ਨੇ ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗ ਗਿਆ ਹੈ, ਭਾਵ ਕਿ ਜਿਨ੍ਹਾਂ ਨੇ ਮਾਇਕ ਪਦਾਰਥਾਂ ਦੀ ਮਾਇਆ ਦੀ ਮੋਹ ਪਕੜ ਛੱਡ ਦਿੱਤੀ ਹੈ। ਗ੍ਰਸਤ ਨਹੀਂ ਛੱਡਿਆ, ਮਾਇਆ ਨਹੀਂ ਛੱਡੀ, ਘਰੋਂ ਬਾਹਰ ਨਹੀਂ ਗਏ, ਕੱਪੜੇ ਪਾਣੇ ਨਹੀਂ ਛੱਡੇ, ਭੁੱਖੇ ਰਹਿਣਾ ਨਹੀਂ ਛੱਡਿਆ, ਭਾਵ ਕਿ ਸੰਸਾਰ ਵਿੱਚ ਵਿਚਰਦਿਆਂ ਹੋਇਆ ਪਰਮਾਤਮਾ ਦੇ ਨਾਲ ਲੀਨ ਹੋਣਾ, ਉਹਦੇ ਨਾਲ ਇੱਕ ਮਿਕਤਾ ਹੋਣੀ। ਆਤਮ ਜਿਣੈ ਸਗਲ ਵਸ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਜਿਹੜਾ ਵੀ ਉਸ ਪਰਮਾਤਮਾ ਪੂਰੇ ਸਤਿਗੁਰੂ ਦੇ ਨਾਲ ਲੱਗ ਜਾਂਦਾ ਹੈ, ਜਾਂ ਇਸ ਤਰ੍ਹਾਂ ਕਹਿ ਲਓ ਜਿਹੜਾ ਪੂਰਾ ਸਤਿਗੁਰੂ ਆਪਣੇ ਸੇਵਕ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਆਤਮ ਜਿਣੈ, ਉਹ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਭਾਵ ਕਿ ਸਾਰੇ ਸੰਸਾਰ ਨੂੰ ਉਹ ਆਪਣਾ ਬਣਾ ਲੈਂਦਾ ਹੈ। ਸਾਰਿਆਂ ਨੂੰ ਬਣਾਉਣਾ ਬਹੁਤ ਔਖਾ ਹੈ। ਫਰੀਦਾ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰੇ ਸਭ ਜਗ ਤੇਰਾ ਹੋਏ। ਦੇਖੋ, ਇੱਕ ਪਰਮਾਤਮਾ ਨੂੰ ਅਸੀਂ ਬਣਾ ਲਈਏ, ਸਾਰਾ ਜਗ ਹੀ ਸਾਡਾ ਆਪਣਾ ਬਣ ਜਾਏਗਾ। ਆਪਣੇ ਵਾਸਤੇ ਤੇ ਸਾਰੇ ਹੀ ਕਰਦੇ ਹਨ, ਪਰ ਕਿਸੇ ਵਾਸਤੇ ਇਹ ਸੂਰਵੀਰ ਹੁੰਦੇ ਹਨ ਜਿਹੜੇ ਕਿਸੇ ਦੀ ਭਲਾਈ ਕਰਦੇ ਹਨ। ਤਾਂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਆਤਮ ਨੂੰ ਆਪਣੇ ਹਿਰਦੇ ਰੂਪੀ ਘਰ ਨੂੰ, ਮਨ ਨੂੰ ਜਿੱਤ ਲਿਆ ਹੈ, ਉਹਨਾਂ ਦੇ ਵਸ ਵਿੱਚ ਸਾਰੇ ਸਗਲ ਉਹਨਾਂ ਦੇ ਵਸ ਵਿੱਚ ਆ ਜਾਂਦਾ ਹੈ। ਤਾਂ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਕੀ ਕਰੀਏ, ਠਾਕੁਰ ਗਾਈਏ ਆਤਮ ਰੰਗ। ਠਾਕੁਰ ਹੁੰਦਾ ਮਾਲਕ, ਅਤੇ ਠਾਕਰ ਨਹੀਂ ਪੜ੍ਹਨਾ। ਸੁਖਮਣੀ ਸਾਹਿਬ ਵਿੱਚ ਅਕਸਰ ਅਸੀਂ ਗਲਤੀ ਕਰ ਜਾਂਦੇ ਹਾਂ, ਜਿੱਥੇ ਠਾਕੁਰ ਅੱਖਰ ਜਿਸ ਠਾਕੁਰ ਸੋ ਨਾ ਹੀ ਚਾਰ, ਅਸੀਂ ਪੜ੍ਹ ਦਿੰਦੇ ਜਿਸ ਠਾਕਰ। ਠਾਕਰ ਕੋਈ ਅੱਖਰ ਨਹੀਂ ਹੈ, ਠਾਕੁਰ ਹੈ। ਉਹ ਕੂ ਵੀ ਨੂੰ ਜ਼ਿਆਦਾ ਨਹੀਂ, ਇੱਕ ਔਂਕੜ ਹੈ। ਤੇ ਇੱਥੇ ਪੜ੍ਹਨਾ ਠਾਕੁਰ ਗਾਈਐ ਆਤਮ ਰੰਗ। ਕਹਿੰਦੇ ਨੇ ਉਸ ਮਾਲਕ ਦੇ ਤੂੰ ਗੁਣ ਗਾ। ਤੂੰ ਜੇ ਸੂਰਵੀਰ ਬਣਨਾ ਚਾਹੁੰਦਾ ਹੈ ਨਾ, ਤੇ ਉਹਦੇ ਗੁਣ ਗਾ। ਕਿਵੇਂ? ਆਤਮ ਰੰਗ। ਆਤਮ ਭਾਵ ਦਿਲੋਂ, ਰੰਗ ਹੁੰਦਾ ਪਿਆਰ। ਦਿਲ ਦੇ ਪਿਆਰ ਦੇ ਵਿੱਚ ਜਦੋਂ ਵੀ ਪਰਮਾਤਮਾ ਦੇ ਗੁਣ ਗਾਈਏ ਨਾ, ਬੜੇ ਪਿਆਰ ਨਾਲ ਗਾਈਏ, ਕਿਉਂਕਿ ਪਿਆਰ ਨਾਲ ਹੀ ਪਰਮਾਤਮਾ ਲੱਭਣਾ। ਜੇ ਸਾਚ ਕਹੂੰ ਸੁਣ ਲੇਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਸਾਹਿਬ ਕਹਿੰਦੇ ਨੇ ਜਿਹਨੂੰ ਪਿਆਰ ਦਾ ਰੰਗ ਲੱਗ ਗਿਆ ਹੈ, ਇਹ ਬੜਾ ਔਖਾ ਹੁੰਦਾ ਹੈ, ਪਰ ਜਿਉਂ-ਜਿਉਂ ਬੰਦਾ ਗੁਰਬਾਣੀ ਪੜ੍ਹਦਾ ਹੈ, ਉਸ ਦੇ ਅੰਦਰ ਇਹ ਪਿਆਰ ਜਗਦਾ ਹੈ। ਦੇਖੋ, ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਸਮੇਂ ਮੈਨੂੰ ਇੱਕ ਘਟਨਾ ਛੋਟੀ ਜਿਹੀ ਯਾਦ ਆਈ। ਇੱਕ ਫਕੀਰ ਆਇਆ ਅਨੰਦਪੁਰ ਸਾਹਿਬ, ਠਾਕੁਰ ਗਾਈਏ ਆਤਮ ਰੰਗ, ਦਿਲੋਂ ਉਸਦੇ ਆਤਮ ਦੇ ਗੀਤ ਗਾਓ। ਉਹਨੇ ਵੇਖਿਆ ਸਾਰੇ ਸਿੱਖ ਗੁਰੂ ਨੂੰ ਨਮਸਕਾਰ ਕਰ ਰਹੇ ਨੇ, ਮਹਾਰਾਜ ਸਿੰਘਾਸਨ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜਮਾਨ ਨੇ, ਔਰ ਜਿਹੜਾ ਸਰੀਰ ਆਵੇ ਮਹਾਰਾਜ ਦੇ ਅੱਗੇ ਕੁਝ ਭੇਟਾ ਰੱਖੇ, ਨਮਸਕਾਰ ਕਰੇ, ਮਹਾਰਾਜ ਬਖਸ਼ਿਸ਼ਾਂ ਵੰਡ ਰਹੇ ਸਨ। ਜਦੋਂ ਤੁਸੀਂ ਨਿਤਨੇਮ ਤੇ ਬੈਠਦੇ ਹੋ ਤੇ ਸਮਝੋ ਕਿ ਇਹ ਭੇਟਾ ਦੇ ਰਹੇ ਹੋ, ਤੇ ਗੁਰੂ ਦਾ ਪਿਆਰ ਤੁਹਾਡੀ ਝੋਲੀ ਵਿੱਚ ਪੈ ਰਿਹਾ ਹੈ। ਤੇ ਜਦੋਂ ਫਕੀਰ ਨੇ ਦੂਰੋਂ ਵੇਖਿਆ ਤੇ ਸਾਰਾ ਕੁਛ ਨਾ ਕੁਛ, ਕੋਈ ਨਾ ਕੋਈ ਭੇਟਾ ਮਾਇਆ ਦੀ ਰੱਖਦੇ ਪਏ ਨੇ।
ਹੁਣ ਕੋਲ ਪਹੁੰਚਿਆ ਤੇ ਵੇਖਿਆ ਕਿ ਮਾਇਆ ਤੇ ਉਹਦੇ ਕੋਲ ਹੈ ਨਹੀਂ, ਤੇ ਬੜਾ ਹੀ ਸ਼ਰਮਿੰਦਾ ਹੋਇਆ। ਇੰਨਾ ਸ਼ਰਮਿੰਦਾ ਹੋਇਆ ਕਿ ਮੈਂ ਹੁਣ ਕਿਸ ਤਰ੍ਹਾਂ, ਸਾਰੇ ਤੇ ਮਾਇਆ ਟੇਕ ਰਹੇ ਨੇ ਮੱਥਾ, ਤੇ ਮੈਂ ਕਿਸ ਤਰ੍ਹਾਂ ਟੇਕਾਂ। ਤੇ ਉਸਨੇ ਕੀ ਕੀਤਾ, ਵੇਖ ਕੇ ਨਾ ਕਦਮ ਵਾਪਸ ਮੋੜ ਲਏ ਕਿ ਬਈ ਗੁਰੂ ਸਾਹਿਬ ਕੀ ਕਹਿਣਗੇ, ਕਿ ਮੈਂ ਗੁਰੂ ਦੇ ਦਰਸ਼ਨ ਕਰਨ ਆਇਆ ਔਰ ਖਾਲੀ ਆ ਗਿਆ। ਤੇ ਉਹ ਵਾਪਸ ਮੁੜਿਆ, ਬਾਹਰ ਆਇਆ ਤੇ ਮਨ ਵਿੱਚ ਸੋਚਦਾ ਹੈ, ਭਲਿਆ ਇੰਨੀ ਦੂਰੋਂ ਆਇਆ ਹੈ ਤੇ ਇਸ ਮਾਇਆ ਕਰਕੇ ਤੂੰ ਵਾਪਸ ਮੁੜ ਜਾਏਗਾ ਤੇ ਤੇਰੇ ਮਨ ਨੂੰ ਕਿੰਨੀ ਚੋਟ ਵੱਜੇਗੀ। ਸੋਚਦਾ ਕਿਸੇ ਕੋ ਉਧਾਰੇ ਲੈ ਲਵਾਂ। ਦੇਖੋ, ਸਿੱਖ ਦੀ ਸ਼ਰਧਾ ਹੁੰਦੀ ਹੈ, ਗੁਰੂ ਨਾਲ ਮਾਇਆ ਦਾ ਭੁੱਖਾ ਨਹੀਂ ਜੀ। ਤੁਸੀਂ ਗੁਰਦੁਆਰੇ ਮਾਇਆ ਰੱਖਦੇ ਹੋ, ਅਸੀਂ ਰੱਖਨੇ ਆ, ਦੱਸੋ ਗੁਰੂ ਨੂੰ ਕੋਈ ਲੋੜ ਹੈ? ਗੁਰੂ ਕੋਈ ਸਰੀਰ ਥੋੜੀ ਹੈ, ਗੁਰੂ ਤੇ ਸ਼ਬਦ ਹੈ। ਹਾਂ, ਸ਼ਬਦ ਨੂੰ ਸਤਿਕਾਰ ਵਜੋਂ ਅਸੀਂ ਖਾਲੀ ਨਾ ਜਾਈਏ ਤੇ ਭੇਟਾ ਰੱਖਨੇ ਆ। ਦੇਖੋ, ਸਾਡੇ ਵਰਗੇ ਰੱਖਦੇ ਨੇ, ਫਿਰ ਉਹੀ ਮਾਇਆ ਸਾਡੇ ਵਰਗੇ ਗਰੀਬ ਨੇ ਉਹਨਾਂ ਦੇ ਉੱਤੇ ਲੱਗਦੀ ਵੀ ਹੈ। ਦਰਅਸਲ ਗੁਰੂ ਨੂੰ ਮਾਇਆ ਦੀ ਲੋੜ ਨਹੀਂ ਹੈ, ਗੋਲਕ ਗੁਰੂ ਦੀ ਹੈ। ਇਹ ਮਤ ਸੋਚੋ ਕਿ ਮੈਂ ਦਾਂਗਾ ਤੇ ਗੁਰੂ ਘਰ ਚੱਲਣਗੇ। ਇਹ ਸੋਚ ਅਸੀਂ ਆਪਣੇ ਅੰਦਰੋਂ ਸੋਚ ਮੰਡਲ ਵਿੱਚੋਂ ਕੱਢ ਦਈਏ। ਹਾਂ, ਦੇਖੋ, ਕਿਸੇ ਦੇ ਆਪਣੀ ਧੀ ਭੈਣ ਦੇ ਘਰ ਵੀ ਜਾਈਦਾ, ਬੰਦਾ ਖਾਲੀ ਨਹੀਂ ਜਾਂਦਾ ਨਾ, ਤੇ ਘੱਟੋ ਘੱਟ ਅਸੀਂ ਕੁਛ ਨਾ ਕੁਛ ਫਰੂਟ ਜਾਂ ਜੋ ਵੀ ਸੁਵਿਧਾ ਅਨੁਸਾਰ, ਸਮਰੱਥਾ ਅਨੁਸਾਰ ਲੈ ਕੇ ਜਾਂਦੇ ਹਾਂ। ਕਿਸੇ ਦੇ ਘਰ ਵੀ ਜਾਈਏ ਤੇ ਗੁਰੂ ਘਰ ਵਿੱਚ ਜਾਈਏ ਤੇ ਕੁਛ ਲੈ ਕੇ ਜਾਈਏ। ਕਹਿੰਦਾ ਫਿਰ ਜੇ ਮੈਂ ਮੰਗਿਆ ਤੇ ਤਾਂ ਵੀ ਸ਼ਰਮਿੰਦਗੀ ਹੈ। ਬਾਹਰ ਬਗੀਚੀ ਵੇਖੀ, ਉਹਦੇ ਚੋਂ ਇੱਕ ਫੁੱਲ ਤੋੜਿਆ ਤੇ ਚੰਗਾ ਨਾ ਲੱਗਿਆ ਉਸ ਫੁੱਲ ਨੂੰ। ਦੂਜਾ ਫਿਰ ਤੋੜਿਆ ਉਸ ਫਕੀਰ ਨੇ। ਜਦ ਤੀਜਾ ਫੁੱਲ ਤੋੜਿਆ ਨਾ ਸਾਧ ਸੰਗਤ, ਉਹ ਬੜਾ ਮਨ ਨੂੰ ਭਾ ਗਿਆ। ਕਹਿੰਦਾ ਮੇਰਾ ਚਿੱਤ ਕਰਦਾ ਇਹ ਭੇਟਾ ਮੈਂ ਗੁਰੂ ਦੇ ਅੱਗੇ ਲੈ ਕੇ ਜਾਵਾਂ। ਦੇਖੋ, ਅੱਜ ਇੱਕ ਗੱਲ ਦਾ ਨੁਕਤਾ ਅਸੀਂ ਹੋਰ ਲੈ ਲਈਏ। ਦੇਖੋ, ਕਈ ਵਾਰੀ ਤੇ ਅਸੀਂ ਸਾਖੀ ਪੜ੍ਹ ਹੀ ਲੈਂਦੇ ਹਾਂ, ਪਰ ਮੈਂ ਚਾਹੁੰਦਾ ਉਹਦੇ ਵਿੱਚੋਂ ਕੁਛ ਨਾ ਕੁਛ ਸਾਨੂੰ ਪ੍ਰਾਪਤ ਹੋਏ। ਮਨਾ ਤੇਰੇ ਕੋਲ ਜੇ ਟਕਾ ਵੀ ਟੇਕਣ ਵਾਸਤੇ ਨਹੀਂ ਹੈ ਨਾ, ਗੁਰੂ ਘਰ ਵਿੱਚ ਇਹ ਨਹੀਂ ਹੈ ਕਿ ਜਿਹੜੇ ਲੱਖਾਂ ਰੁਪਏ ਦੇ ਰਹੇ ਨੇ ਉਹਦੀ ਸੁਣਵਾਈ ਹੋਏਗੀ ਤੇ ਜਿਹੜਾ ਟਕਾ ਰੱਖ ਰਿਹਾ ਉਹਦੀ ਸੁਣਵਾਈ ਨਹੀਂ ਹੋਏਗੀ। ਐਸੀ ਸੋਚ ਮਨ ਵਿੱਚੋਂ ਕੱਢ ਦਿਓ, ਕਿਉਂਕਿ ਗਰੀਬ ਨਵਾਜ ਗੁਸਈਆਂ ਮੇਰਾ ਮਾਥੇ ਛੱਤਰ ਧਰੇ, ਐਸੀ ਲਾਲ ਤੁਝ ਬਿਨ ਕੌਣ ਕਰੇ। ਮੈਂ ਕਹਿੰਦਾ ਜੇ ਸਾਡੇ ਕੋਲ ਟਕਾ ਵੀ ਨਹੀਂ ਹੈ, ਸਪੋਜ਼ ਮੰਨ ਲਓ ਟਕਾ ਵੀ ਨਹੀਂ ਹੈ, ਸਭ ਤੋਂ ਵਧੀਆ ਭੇਟਾ ਪਤਾ ਕੀ, ਘਰੋਂ ਚੱਲਣ ਵਕਤ ਨਾ ਗੁਰਬਾਣੀ ਦਾ ਕੀ ਪਾਠ, ਮੂਲ ਮੰਤਰ ਦਾ ਜਾਪ, ਗੁਰ ਮੰਤਰ ਦਾ ਜਾਪ ਕਰਕੇ ਵੀ ਤੁਸੀਂ ਗੁਰੂ ਦੇ ਅੱਗੇ ਭੇਟਾ ਦੇ ਸਕਦੇ ਹੋ। ਦੇਖੋ, ਮਾਇਆ ਦਾ ਮੈਂ ਪਹਿਲਾਂ ਕਿਹਾ ਗੁਰੂ ਭੁੱਖਾ ਨਹੀਂ ਹੈ। ਮਾਇਆ ਤੇ ਉਹਦੀ ਹੱਥ ਦੀ ਮੈਲ ਹੈ, ਉਹ ਤੇ ਉਹਨੂੰ ਕਾਹਦੀ ਲੋੜ ਹੈ। ਔਰ ਮੈਂ ਤੇ ਇੱਥੋਂ ਤੱਕ ਦੇਖਿਆ, ਜੇ ਮਾਇਆ ਵਿੱਚੋਂ ਹੀ ਸਾਰੇ ਕਾਰਜ ਸਰਦੇ ਹੁੰਦੇ, ਮਾਇਆ ਵਿੱਚ ਹੀ ਸਾਰੀਆਂ ਖੁਸ਼ੀਆਂ ਹੁੰਦੀਆਂ, ਤੇ ਇੰਨੇ ਕਰੋੜਾਂ ਅਰਬਾਂ ਪਤੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਉਹ ਵੀ ਝੋਲੀ ਕਿਉਂ ਅੜਦੇ ਨੇ? ਉਹ ਵੀ ਜੇ ਇੰਨੀ ਉਹਨਾਂ ਕੋਲ ਮਾਇਆ, ਜੇ ਸੁਖੀ ਨੇ, ਮੈਂ ਤੇ ਭਿਖਾਰੀ ਉਹਨਾਂ ਨੂੰ ਵੀ ਬੰਦੇ ਵੇਖਿਆ। ਜਿਤਨੇ ਪਾਤਸ਼ਾਹ, ਸ਼ਾਹ, ਰਾਜੇ, ਖਾਨ, ਸੁਲਤਾਨ, ਸਿਕਦਾਰ ਹੈ, ਤਿਤਨੇ ਸਭ ਹਰ ਕੇ ਕੀਏ, ਜੋ ਕਿਛ ਹਰ ਕਰਾਏ ਸੋ ਉਹ ਕਰੇ, ਸਭ ਹਰ ਕੇ ਅਰਥੀ ਹੈ। ਅਰਥੀ ਹੁੰਦੇ ਮੰਗਤੇ। ਕਹਿੰਦੇ ਜਿੰਨੇ ਰਾਜੇ, ਪਾਤਸ਼ਾਹ, ਵੱਡੇ ਸਿਕਦਾਰ, ਓਲੀਏ, ਜਿੰਨੇ ਵੀ ਤੁਸੀਂ ਵੇਖਦੇ ਪਏ ਹੋ, ਜਿਹੜੇ ਧਨਾੜ ਨੇ, ਸਰਮਾਏਦਾਰ ਨੇ, ਉਹ ਸਾਰੇ ਸਮਝ ਲਓ ਗੁਰੂ ਘਰ ਦੇ ਮੰਗਤੇ ਹੀ ਜੇ। ਜੇ ਉਹਨਾਂ ਕੋਲ ਇੰਨਾ ਕੁਛ ਹੈ ਤੇ ਫਿਰ ਉਹ ਝੋਲੀ ਅੜ ਕੇ ਕਿਉਂ ਮੰਗਦੇ ਨੇ?
जिस तरह एक भिखारी एक घट माया वाला भी तो हथ जोड़ के खड़ा होंदा है ते राजा भी खड़ा होंदा है। इहदा भाव ये वे कि माया दे विच सुख नहीं पे होए। जे उहदे कोल इन्ना कुछ है फिर उहनूं की लोड़ है आउण दी? नहीं, दरअसल वो सुख दूजा लैण आया है। जो सुख को चाहे सदा शरण राम की ले को नानक सुन रे मना दुर्लभ मानक दे। उस शरीर फकीर ने एक तीजा फुल तोड़िया, मन नूं भागिया ते भाया ऐसा अंदर गया, महाराज दे अगे भेटा कीता, नमस्कार कीती। महाराज कहंदे ने ये की? कहंदा फुल तुहाडे वास्ते भेटा। महाराज कहंदे तैनूं फुल तोड़न दी की लोड़ पै गई? चुप हो गया, हुण दस ना सकिया कि मेरे कोल माया नहीं है। महाराज ने दूजी वारी पूछया, गुरु गोबिंद सिंह महाराज ने, भाई तू फुल क्यों नहीं, फुल क्यों तोड़ दिता है? ते कहंदा पता कि हस्त खाली रुस्मा अस्त। कहंदे महाराज मेरे कहण तो मुराद कि मेरे हाथ खाली ने ते मैनूं उस गल दी शर्मिंदगी है। देखो किन्ने उन्हें अपनी गल दी दसी कि मेरे कोल माया नहीं है, मैं इस करके शर्मिंदगी ना होवे मैं फुल तोड़िया है। महाराज कहंदे ने कि दिले खाली रुस्तमा अस्त। महाराज कहते मैनूं भेटा दी लोड़ नहीं है। फकीर साईं दिलों खाली ना आओ, जे मेरे द्वारे आना है तो दिलों प्रेम लैके आओ। दिले खाली रुस्तमा अस्त, जेड़ा अंदर प्रेम मेरे नाल लैके आंदा मैं उन्होंने सब तो ज्यादा प्यार करना वा। साच कहो सुन ले हो प्रभु, साच कहो सुन ले हो सबू सबे, जिन प्रेम कियो तिन ही प्रभु पायो। महाराज कहते सारे सुन लो, मेरे घर द्वारे जेड़ा आंदा है मन करके प्रेम करके ठाकुर गाइए आत्म रंग। आत्म हुंदा दिलों, मन करके रंग, मन करके प्यार कर। खाली बद्दा चट्टी नहीं, बद्दा चट्टी जो करे ना गुण ना उपकार। जेड़े कारज असी बद्दा चट्टी करने हैं ना बई जबरदस्ती करने हैं कि वीर जी की कहणगे आए नहीं, ये मन नहीं सोचो गुरु की कहेगा अज जे मैं जपजी गुरु नूं ना सुनाई। अज गुरु की कहेगा बाबा अमरदास जी बुजुर्ग बाबा की कहणगे कि अज मेरी आनंद साहब दी वारी अज किन्ने नहीं सुनाई। ये प्यार लैके आइए। तो पातशाह कहने ठाकुर गाइए आत्म रंग सरनी पावन नाम ध्यावन। करना की है? शरण विच आके उहदे नाम नूं ध्याना कर। नाम ध्यान सुख फल पायन, 8 पैर आराधे। तो पातशाह कहने सरनी पावन नाम ध्यावन सहज समावन संग। सहज वो आत्मक अडोलता तेरे विच आ जाएगी, तू उहदे विच समा जाएगा। प्रभु परमात्मा दे विच जदों उहदे प्यार दे विच, मैं पहला कहा प्यार दे नाल बाणी कोई मुकाणी नहीं, असी बाणी नूं शरधा प्रेम गुरु प्यार वेखदा है। गोबिंद भाओ भगत दा भुखा। गुरु नूं साडे ते प्यार दी भुख है। उहनूं साडी समय दी या साडी कोई मंग दे नाल उहदूं भुख नहीं है। या साडे ना तू आवे बस बहुत घिणावणे, ना तू आवे बस वेद पढ़ावने, ना तू आवे बस तीरथ नहाइए, ना तू आवे बस धरती धाइए, ना तू आवे बस किते सियाणपे, ना तू आवे बस बहुता दान दे। सब को तेरे वस अगम अगोचरा, तू भगतां के वस भगतां ताण तेरा। क्योंकि भगतां ने प्यार किया है। तो प्यार दे विच ही खेड है सारी। गुरु प्यार मंगदा है। गुरु गोबिंद भगत दा भुखा, भगती दा भुखा है, तुहाडे प्यार दा भुखा है। तो खीर च मारे कहंदे ने जन के चरण वसे मेरे हीरे। हीरे हुंदा हिरदे दे विच। कहंदे ने उस जन दे जिहड़े प्यार दे नाल गीत गाउंदा है ना, उहदे चरण मेरे हिरदे विच वस जन। उस जन दे संग पुनीता देही, उहदा शरीर उहदे करके उहदी संगत करके मेरा जिहड़ा शरीर है ना पुनीत हुंदा है, पवित्र हो जाना। मेरी देही पवित्र हो जाए। ये गुरु साहब तरला पा रहे ने
कि ਜਿਹੜੇ ਨਾਮ ਜਪਣ ਵਾਲੇ ਨੇ ਨਾ, ਜਨ ਕੀ ਧੂੜ ਦਿਓ ਕਿਰਪਾ ਨਿਧ, ਮੈਨੂੰ ਤੇ ਉਹਨਾਂ ਦੀ ਧੂੜੀ ਦੇ ਦਿਓ। हे ਕਿਰਪਾ ਦੇ ਖਜ਼ਾਨੇ, हे ਮਾਲਕ, ਅੱਜ ਮੈਂ ਤੇਰੇ ਕੋਲ ਝੋਲੀ ਅੱਡ ਕੇ ਮੰਗਣ ਆਇਆ ਹਾਂ। ਮੈਂ ਬਹੁਤ ਕੁਝ ਮੰਗ ਲਿਆ, ਪਰ ਅੱਜ ਮੈਂ ਉਹਨਾਂ ਦੀ ਧੂੜੀ ਮੰਗਣ ਆਇਆ, ਉਸ ਜਨ ਦੀ ਜਿਹੜੇ ਤੇਰੇ ਗੁਣ ਗਾਉਂਦੇ ਨੇ। ਜਨ ਕੀ ਧੂੜ ਦੇਹੋ ਕਿਰਪਾ ਨਿਧ, ਨਾਨਕ ਕੈ ਸੁਖ ਇਹੀ ਸੁਖ ਮੈਂ ਚਾਹੁੰਦਾ ਵਾਂ, ਮੈਨੂੰ ਇਹ ਸੁਖ ਦੇ। ਐਸੇ ਜਨਾਂ ਨੂੰ ਸਾਨੂੰ ਲੋੜ ਹੈ। ਹੋਂ ਕੁਰਬਾਨੇ ਜਾਉ ਮਿਹਰਬਾਨਾ, ਹੋਂ ਕੁਰਬਾਨੇ ਜਾਉ, ਹੋਂ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਉ। ਵਾਹ, ਲੈਣ ਜੋ ਤੇਰਾ ਨਾਉ ਤਿਨਾ ਕੇ ਹਾਉ ਸਦ ਕੁਰਬਾਨੇ ਜਾਓ। ਮਾਰੇ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ, ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ, ਨਾਉ ਮਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ। ਅੱਗੋਂ ਮਾਰੇ ਕਹਿੰਦੇ ਜਿਨ ਕੇ ਚੋਲੇ, ਚੋਲੇ ਕੀ, ਜਿਨ੍ਹਾਂ ਦੀ ਇਹ ਸਰੀਰ ਰੂਪੀ ਦੇ ਨਾਮ ਦੇ ਨਾਲ ਰੰਗੀ ਹੋਈ ਹੈ, ਜਿਨ੍ਹਾਂ ਦੀ ਆਤਮਾ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ। ਕੰਤ ਹੁੰਦਾ ਮਾਲਕ ਪਰਮਾਤਮਾ, ਉਹਨਾਂ ਕੋਲੇ ਜਿਨ੍ਹਾਂ ਦੇ ਚੋਲੇ ਨਾਮ ਦੇ ਨਾਲ ਰੰਗੇ ਨੇ, ਉਹਨਾਂ ਦੇ ਨਹੀਂ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ। ਜਿਨ੍ਹਾਂ ਦਾ ਚੋਲਾ, ਜਿਨ੍ਹਾਂ ਦੀ ਸੋਚ ਮਾਇਆ ਦੇ ਲੋਭ ਦੇ ਵਿੱਚ ਡੁੱਬੀ, ਇਹ ਮਾਇਆ ਮਾਰੇ ਕਹਿੰਦੇ ਇਹ ਤਨ ਮਾਇਆ ਪਾਇਆ ਪਿਆਰੇ ਲੀਤੜੇ ਹੋਏ ਨੇ, ਲੱਭ ਲੋਭ ਦੇ ਵਿੱਚ ਲੱਭ ਰੰਗਾਏ। ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ, ਕਿਉਂ ਤਨ ਸੇਜੇ ਜਾਏ। ਉਹਦੀ ਸੇਜਾ ਤੇ ਕਿਵੇਂ ਜਾਇਆ ਜਾ ਸਕਦਾ ਹੈ? ਮਹਾਰਾਜ ਕਹਿੰਦੇ ਨੇ ਉਹ ਜਾਂਦੇ ਨੇ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਮੈਂ ਉਹਨਾਂ ਦੀ ਧੂੜੀ, ਜਨ ਕੀ ਧੂੜ ਦਿਓ ਕਿਰਪਾ ਨਿਧ। ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੇ ਭਾਵੇ, ਆਪੇ ਹੀ ਰਵੇ, ਆਪੇ ਹੀ ਮਿਲਾ ਦਿੰਦਾ ਹੈ, ਕਿਉਂਕਿ ਉਹਨੇ ਸਾਜਿਆ, ਉਹਨੇ ਸਭ ਕੁਝ ਕੀਤਾ ਹੋਇਆ। ਔਰ ਕਬੀਰ ਸਾਹਿਬ ਨੇ ਤੇ ਕਮਾਲ ਹੀ ਕਰ ਦਿੱਤੀ, ਕਹਿੰਦੇ ਜੋ ਜਨ ਲੇ ਖਸਮ ਕਾ ਨਾਉ, ਤਿਨ ਕੈ ਸਦ ਬਲਿਹਾਰੇ ਜਾਉ। ਸੋ ਨਿਰਮਲ ਹਰ ਗੁਣ ਗਾਵੇ, ਸੋ ਭਾਈ ਮੇਰੇ ਮਨ ਭਾਵੇ। ਜੇ ਘਟ ਰਾਮ ਰਿਹਾ ਭਰਪੂਰ, ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਦਾ ਨਾਮ ਭਰਪੂਰ ਹੋ ਗਿਆ, ਨੱਕੋ ਨੱਕ ਭਰ ਗਿਆ। ਜੇ ਘਟ ਰਾਮ ਰਿਹਾ ਭਰਪੂਰ, ਤਿਨ ਕੀ ਪੱਗ ਪੰਕਜ ਹਮ ਤੂਰ। ਮੈਂ ਉਹਨਾਂ ਦੀ ਚਰਨਾਂ ਦੀ ਧੂੜੀ ਬਣਨਾ ਚਾਹੁੰਦਾ। ਦੇਖੋ, ਨਾਮ ਜਪਣ ਵਾਲੇ ਨੂੰ ਜਾਕੋ ਹਰ ਰੰਗ ਲਾਗੋ, ਇਸ ਯੁੱਗ ਮੇਂ ਸੋ ਕਹੀਏ ਤੇ ਸੂਰਾ। ਦੇਖੋ, ਤੁਸੀਂ ਥੋੜਾ ਜਿਹਾ ਮਾਇਕ ਪਦਾਰਥਾਂ ਤੋਂ, ਮਾਇਆ ਤੋਂ ਥੋੜਾ ਜਿਹਾ ਨਿਰਲੇਪ ਹੋ ਜਾਓ, ਹਟ ਜਾਓ, ਥੋੜਾ ਜਿਹਾ ਪਕੜ ਛੱਡ ਦੋ ਪਰਮਾਤਮਾ ਤੇ। ਅਰੇ ਮੈਂ ਨਹੀਂ ਸੀ, ਮੈਂ ਜਦ ਮਾਤਾ ਦੇ ਗਰਭ ਵਿੱਚ ਸੀ ਤਾਂ ਵੀ ਮੇਰਾ ਪਰਿਵਾਰ ਚੱਲ ਰਿਹਾ ਸੀ। ਜਦ ਮੈਂ 10 ਸਾਲ ਤੱਕ ਹੋਸ਼ ਵਿੱਚ ਨਹੀਂ ਆਇਆ ਤਾਂ ਵੀ ਚੱਲ ਰਿਹਾ ਹੈ, ਤੇ ਜੇ ਮੈਂ ਬਜ਼ੁਰਗ ਹੋ ਗਿਆ ਤਾਂ ਵੀ ਇਹ ਕੰਮ ਚੱਲਣੇ ਨੇ। ਇਹਦੀ ਸੋਚ, ਇਹਦੀ ਪਕੜ ਛੱਡ ਦੇ। ਜੇ ਕਟ ਰਾਮ ਰਿਹਾ ਭਰਪੂਰ, ਤਿਨ ਕੀ ਪੱਗ ਪੰਕਜ ਹਮ ਤੂਰ। ਜਾਤੇ ਜੁਲਾਹਾ ਮਤ ਕਾ ਤੀਰ, ਸਹਿਜ ਸਹਿਜ ਗੁਣ ਰਮੇ ਕਬੀਰ। ਦੇਖੋ, ਜਿਨ੍ਹਾਂ ਨੇ ਨਾਮ ਜਪਿਆ ਨਾ, ਉਹਨਾਂ ਦੀ ਰਸਨਾ ਤੇ ਰੱਬ ਬੈਠਾ ਹੁੰਦਾ ਹੈ। ਜਿਨ੍ਹਾਂ ਦੇ ਨਾਮ ਦੇ, ਜਿਨ੍ਹਾਂ ਦੇ ਚੋਲੇ ਨਾਮ ਦੇ ਨਾਲ ਰੰਗੇ ਹੁੰਦੇ ਨੇ। ਇਹ ਜੂਨ ਦਾ ਮਹੀਨਾ ਚੱਲ ਰਿਹਾ ਹੈ, ਮੇਰਾ ਚਿੱਤ ਕੀਤਾ ਕਿ ਉਸ ਨਾਮ ਮੁੱਲੀ ਰੱਤੀ ਹੋਈ ਰੰਗੀ ਹੋਈ ਰੂਹ ਦਾ ਮੈਂ ਆਪ ਜੀ ਨੂੰ ਰੂਬਰੂ ਕਰਾਵਾਂ, ਜਿਨ੍ਹਾਂ ਦੀ ਛਵੀ ਕੁਝ ਮੰਦ ਭਾਗੀਆਂ ਨੇ ਵਿਗਾੜ ਰੱਖੀ ਹੈ। ਅੱਜ ਉਹਨਾਂ ਦੇ ਜੀਵਨ ਵਿੱਚੋਂ ਕੁਝ ਪੰਛੀ ਝਾਤ ਮਾਰੀਏ। ਮੈਂ ਜ਼ਿਕਰ ਕਰ ਰਿਹਾ ਸਨ 84 ਦੇ ਜੂਨ ਦਾ ਉਹ ਵਾਕਿਆ ਜੋ ਇਹ ਦਿਨਾਂ ਵਿੱਚ ਬੜੀ ਦਰਦਨਾਕ, ਸਾਡੇ ਸਿੱਖ ਧਰਮ ਦੇ ਹਰ ਇੱਕ ਗੁਰੂ ਨਾਨਕ ਨਾਮ ਦੇ ਹਿਰਦੇ ਵਲੂੰਦਰੇ ਗਏ। ਇਸ ਘਟਨਾ ਨੂੰ ਵੇਖ ਕੇ ਉਸ ਦਰਬਾਰ ਸਾਹਿਬ ਦੇ ਉੱਤੇ ਜੋ ਸਮੇਂ ਦੀ ਸਰਕਾਰਾਂ ਨੇ ਜੋ ਉਹਦੇ ਉੱਤੇ ਹਮਲੇ ਕੀਤੇ, ਉਹ ਤੁਹਾਡੇ ਤੋਂ ਭੁੱਲੇ ਨਹੀਂ। ਜਿਨ੍ਹਾਂ ਨੇ ਉਸ ਉਮਰ ਵਿੱਚ ਵੇਖਿਆ ਜਾਂ ਜਿਨ੍ਹਾਂ ਨੇ ਆਉਣ ਵਾਲੀ ਪੀੜ੍ਹੀ ਦੇ ਵਿੱਚ ਸੁਣਿਆ ਹੈ, ਤੁਸੀਂ ਨੈੱਟ 'ਤੇ ਸਾਰਾ ਦੇਖ ਸਕਦੇ ਹੋ ਕਿਸ ਤਰ੍ਹਾਂ ਉਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ, ਜੋ ਬ੍ਰਹਮ ਗਿਆਨੀ
जिन्हां दी अवस्था इतनी उच्ची सी। एक किताब है साका ब्लू स्टार, भाव की साका नीला तारा, कुलदीप सिंह बराड़ ने लिखी हुई है ये किताब। ये जून ब्लू स्टार ऑपरेशन तो ठीक एक साल बाद उसने लिखी है, जिन्हें दरबार साहब के लैफ्टिनेंट जनरल KS बराड़, कुलदीप सिंह बराड़, जिन्हें दरबार साहब के समय की हुकूमत के इशारे नाल उत्थे ये वाक़या सारा बीतिया। उन्हें किताब का जिक्र है, उहदे विचों जिक्र दास कर रहे हैं, आप भी पढ़ सकते हो। साका नीला तारा, वो लिखता है बराड़ एक साल बाद, कहता मैं दिल्ली विच अपने भूआ दे मुंडे नूं मिलन गया, कजन नूं। कहते उहदे घर बैठिया, विचारां होईयां ते विचारां करदे करदे गल चल गई बारूमल दी। बारूमल दी गल चली। वो भिंडरा वालियां दा बड़ा गेन सी, जिहड़ा उन्हां दी हर गल नूं अखबारां दे विच अपनी स्टेटमेंट देंदा, आतंकवादी, ते बड़ा बड़ा उन्हां दे बारे कुछ कहंदा सी। बराड़ नूं बड़ा चंगा लग्या, क्योंकि बराड़ भी दुश्मन सी ते वो भी दुश्मन सी। ते अपने कजन नूं कहंदा क्यों ना तू उहनूं मैनूं मिला दे। हुण गल सुनन वाली है साध संगत। कहंदे वो तो बड़ा विरोधी है। कजन कहंदा हाँ तो मैं भी विरोधी हाँ, क्योंकि इन्हें तो अटैक कराया सी। देखो बड़े लैफ्टिनेंट जनरल नूं कहा, पर किसी ने भी अटैक कर, सब ने ज़्यादातर मना कर दिता। पर एक KS बराड़ ऐसा सी जिसने हमले दी, हालांकि देखो हमला रुक भी सकता सी, पानी जल पानी बंद कर देंदे, कुछ समा महीना डेढ़ अंदर लाइट बंद कर देंदे, फिर बैठ के गल भी हो सकती सी। किसी जगह का किसी धर्म के धार्मिक स्थान नूं किसी इस तरह ढाया जाए तो साध संगत वो कोई भी होवे, भावें हिंदू होवे, मुसलमान होवे, सिख होवे, बर्दाश्त नहीं करता। जदों भी ये जून का महीना आंदा है ना, वो सारा साका याद आंदा है, घल्लूकारा तीजा। ते जद कजन ने कहा आ तैनूं उहदे नाल मिला देना, साध संगत मैं दस देवां बारूमल कौन सी। एक कोका कोला कोल्ड ड्रिंक आंदी, उहदा मालक है। उहदे घर उहदा दोस्त कजन ते बराड़ उहदे घर चल के गए। घर गए, ज्यों ही बाहरों बैल की, गनमैन खड़ा सी, उन्हें अंदर गल की ते अंदर भेज दिता। ड्राइंग रूम में दोनों बैठ गए। वो सामने बैठ गया, उधर बैठ गया। बराड़ जिते सामने बैठया, उहदे सामने 6 फुट की तस्वीर संत बाबा जरनैल सिंह जी भिंडरा वालियां दी, हाथ विच तीर फड़िया होया ते लगी हुई। हैरान हो गया। हले बारूमल अंदरों नहीं आया, वो ड्राइंग रूम में बैठे ने। वो कजन नूं कहंदा तू तो गल कर रहा सी कि ये बहुत अगेंस्ट है, बड़ियां स्टेटमेंट दिंदा वे, ते इन्हें तो बड़ी वड्डी तस्वीर लाई है 6 फुट की। उत्तों दी बारूमल अंदर आ गया, बैठे, विचारां होईयां, शुरू हुई विचार। ते उन्हें कहा जी भिंडरा वालियां दी तुसी इन्नी वड्डी तस्वीर लाई है, बड़ियां स्टेटमेंट तुसी गलत देंदे रहे सी। साध संगत उहदे अखां दे विचों हंझू आ गए। कोका कोला मालिक दा फैक्ट्री दा मालक बारूमल, ये तुसी इतिहास पढ़ भी सकते हो, मैं ताज़ा करवा रहा कि सानू यही समझाया गया कि भिंडरा वाले ये आतंकवादी नहीं। साध संगत जाको हर रंग लागो इस युग में, सो कईयत है सूरा। वो तो ना डरते ने ते ना डरांदे ने। देखो मरने की चिंता नहीं,
ਜੀਵਨ ਕੀ ਨਹੀਂ ਆਸ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮਰਨੇ ਦੀ ਚਿੰਤਾ ਨਹੀਂ ਹੈ, ਉਹਨਾਂ ਨੂੰ ਮਰਨ ਦੀ ਚਿੰਤਾ ਨਹੀਂ ਹੁੰਦੀ ਜਿਨ੍ਹਾਂ ਦੇ ਅੰਦਰ ਨਾਮ ਦਾ ਰੰਗ ਲੱਗ ਜਾਏ ਨਾ। ਕਿਉਂਕਿ ਮਹਾਰਾਜ ਦੇ ਕਹਿੰਦੇ ਨੇ ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਦੇਖੋ ਜਿਹੜੇ ਨਾਮ ਦਾ ਰੰਗ ਲੱਗ ਜਾਂਦਾ ਨਾ, ਉਹ ਜੀਵਨ ਦੀ ਆਸ ਛੱਡ ਦਿੰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਸੰਸਾਰ ਵਿੱਚੋਂ ਆਸ ਕੀ ਲੈਣੀ ਹੈ, ਇਹਦਾ ਕੁਝ ਮਿਲਣਾ ਤਾਂ ਹੈ ਨਹੀਂ। ਤਾਂ ਹੀ ਮਹਾਰਾਜ ਨੂੰ ਕਹਿਣਾ ਪਿਆ ਜਗਤ ਮੇਂ ਝੂਠੀ ਦੇਖੀ ਪ੍ਰੀਤ। ਤੇ ਜਦ ਉਹਦੇ ਅੱਖਾਂ 'ਚੋਂ ਅੰਜੂ ਆਏ ਤੇ ਉਹਨੇ ਗੱਲ ਸੁਣਾਈ ਸਾਧ ਸੰਗਤ, ਕਹਿੰਦੇ ਮੇਰਾ ਪੋਤਾ ਵੇ 11 ਸਾਲ ਦਾ, ਤੇ ਡਾਕਟਰਾਂ ਨੇ ਕਿਹਾ ਕੈਂਸਰ ਹੋ ਗਿਆ ਤੇ ਬੜੀ ਆਖਰੀ ਸਟੇਜ ਹੈ। ਕਹਿੰਦੇ ਮੈਂ ਬੜੀ ਜਗ੍ਹਾ ਲੈ ਕੇ ਗਿਆ, ਕਿੱਥੋਂ ਆਰਾਮ ਨਾ ਆਇਆ, ਮੈਂ ਇੰਗਲੈਂਡ ਲੈ ਗਿਆ, ਉੱਥੇ ਇਹਦਾ ਇਲਾਜ ਕਰਾਇਆ, ਪਰ ਉੱਥੇ ਵੀ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ। ਇਹ ਬਾਰੂਮਲ ਬਰਾੜ ਤੇ ਉਹਦੇ ਕਜ਼ਨ ਨੂੰ ਸੁਣਾ ਰਿਹਾ, ਜਿਹੜੀ ਉਹਨੇ ਆਪਣੀ ਕਿਤਾਬ ਵਿੱਚ ਇਸ ਨੂੰ ਲਿਖਿਆ ਹੈ। ਤੇ ਡਾਕਟਰਾਂ ਨੇ ਉੱਥੇ ਲੰਡਨ ਦੇ ਡਾਕਟਰਾਂ ਨੇ ਕਹਿ ਦਿੱਤਾ ਕਿ 90 ਦਿਨ ਹੀ ਇਹਨੇ ਰਹਿਣਾ, ਇਸ ਤੋਂ ਉੱਤੇ ਨਹੀਂ ਜੀਣ ਸਕਦਾ, ਵੱਧ ਤੋਂ ਵੱਧ ਮੈਕਸੀਮਮ। ਉਹ ਪਰਿਵਾਰ ਨਾਲ ਆਪਣੇ ਪੋਤੇ ਨੂੰ, ਦੇਖੋ ਜਿਹਦਾ ਪੋਤਾ ਇਹਦਾ ਹੁੰਦਾ ਉਹਨੂੰ ਪਤਾ ਹੁੰਦਾ, ਜਿਹਦੇ ਕੋਲ ਇਤਨੀ ਮਾਇਆ ਹੋਵੇ, ਦੇਖੋ ਮਾਇਆ ਵੀ ਕੰਮ ਨਹੀਂ ਆਉਂਦੀ। ਘਰ ਲੈ ਆਇਆ ਬੜਾ ਪਰੇਸ਼ਾਨ, ਕੋਈ ਦਰ ਨਹੀਂ ਛੱਡਿਆ। ਮੈਂ ਤੇ ਇੱਥੋਂ ਤੱਕ ਵੀ ਪੜ੍ਹਿਆ ਵਾਰਾਣਸੀ ਜਾ ਕੇ 151 ਗਊਆਂ ਵੀ ਦਾਨ ਕੀਤੀਆਂ ਉਹਨੇ, ਪਰ ਖੈਰ ਕਿੱਥੋਂ ਨਹੀਂ ਪੈ ਰਹੀ ਸੀ। ਇਨ ਬਿਟਵੀਨ ਬਾਰੂਮਲ ਦੀ ਘਰ ਵਾਲੀ ਆਪਣੇ ਭਰਾ ਨੂੰ ਮਿਲਣ ਲੁਧਿਆਣੇ ਆਈ ਦਿੱਲੀ ਤੋਂ। ਦੇਖੋ ਜੇ ਤਾਂ ਹੀ ਅਸੀਂ ਅਰਦਾਸ ਹੀ ਕਹੀਦਾ ਨਾ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਤੇ ਜਦ ਚੰਗਿਆਂ ਦਾ ਮੇਲ ਕਿਉਂ ਕਹੀਦਾ, ਪਤਾ ਨਹੀਂ ਕੋਈ ਮਾੜੀ ਘੜੀ ਹੁੰਦੀ ਹੈ ਨਾ, ਉਹ ਟਲ ਜਾਏਗੀ, ਤੇ ਜਾਂ ਫਿਰ ਕੋਈ ਬਿਮਾਰੀ ਤੋਂ ਅਸੀਂ ਨਿਜਾਤ ਪਾ ਲਾਂਗੇ। ਹੋਇਆ ਕਿ ਜਿਸ ਘਰ ਵਿੱਚ ਗਈ ਭਰਾ ਦੇ ਘਰ, ਉਹਦੇ ਨਾਲ ਦੇ ਘਰ ਇੱਕ ਬਜ਼ੁਰਗ ਮਾਤਾ ਸੀ। ਉਹ ਉਹਨਾਂ ਦੇ ਘਰ ਆਈ, ਉਹਨੇ ਗੱਲ ਦੱਸੀ ਮੇਰਾ ਇਸ ਤਰ੍ਹਾਂ ਪੋਤਾ, ਉਹਨੂੰ ਜਵਾਬ ਦੇ ਦਿੱਤਾ ਗਿਆ। ਡਾਕਟਰਾਂ ਨੇ 90 ਦਿਨ ਦਾ ਕਿਹਾ ਤੇ ਹੁਣ ਤੇ ਕੁਝ ਸਮਾਂ ਰਹਿ ਗਿਆ। ਉਹ ਕਹਿੰਦੀ ਘਬਰਾਉਂਦੇ ਕਿਉਂ, ਤੁਸੀਂ ਆਪਣੇ ਬੱਚੇ ਨੂੰ ਨਾ ਆ ਜਾਓ ਅਕਾਲ ਤਖਤ ਸਾਹਿਬ ਲੈ ਆਓ, ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਕੋਲ ਲੈ ਆਓ। ਬੜੀ ਜੱਪੀ ਤੱਪੀ ਰੱਬੀ ਇੱਕ ਰੂਹ ਨੇ, ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ, ਜਾਕੋ ਹਰ ਰੰਗ ਲਾਗੋ ਇਸ युग में सो गई तै सूरा। ਘਰ ਗਈ, ਬਾਰੂਮਲ ਤੇ ਮੰਨਿਆ ਹੀ ਨਹੀਂ ਪਹਿਲਾਂ, ਕਹਿੰਦਾ ਮੈਂ ਨਹੀਂ, ਕਿਉਂਕਿ ਉਹ ਗੇਸ ਸੀ, ਉਹ ਉਹਨਾਂ ਦੇ ਬਾਰੇ ਲਿਖਦਾ ਰਹਿੰਦਾ ਸੀ, ਗਲਤ ਬਿਆਨਬਾਜ਼ੀ ਕਰਦਾ ਸੀ। ਜਦ ਉਹਨੇ ਕਿਹਾ ਜੀ ਨਹੀਂ ਮੈਨੂੰ ਭਰੋਸਾ ਉਸ ਮਾਈ ਨੇ ਦਿੱਤਾ ਕਿ ਠੀਕ ਹੋ ਜਾਏਗਾ, ਕਹਿੰਦਾ ਫਿਰ ਤੁਸੀਂ ਚਲੇ ਜਾਓ, ਮੈਂ ਨਹੀਂ ਜਾਣਾ। ਦਾਦੀ, ਬੱਚੇ ਦੇ ਮਾਂ ਪਿਓ ਤੇ ਬੱਚੇ ਨੂੰ ਕਾਰ ਵਿੱਚ ਬਿਠਾਇਆ। ਬੱਚੇ ਦੀ ਹਾਲਤ ਬੜੀ ਖਸਤਾ ਸੀ, ਆਖਰੀ ਸਟੇਜ ਸੀ। ਲੁਧਿਆਣੇ ਗਏ, ਉਸ ਮਾਤਾ ਨੂੰ ਨਾਲ ਬਿਠਾਇਆ, ਬੁੱਢੀ ਮਾਤਾ ਨੂੰ ਲੈ ਗਏ। ਹਰਿਮੰਦਰ ਸਾਹਿਬ ਪਹੁੰਚੇ, ਅਕਾਲ ਤਖਤ ਸੰਤ ਮਹਾਰਾਜ ਜੀ ਕੋਲ ਉੱਥੇ ਗਏ, ਅੰਦਰ ਉਹ ਬੈਠੇ ਸਨ ਤੇ ਹੱਥ ਵਿੱਚ ਬੱਚਾ। ਤੇ ਮਾਈ ਕਹਿੰਦੀ ਏ ਸੰਤ ਜੀ ਪਹਿਚਾਨਿਆ ਮੈਨੂੰ? ਬਜ਼ੁਰਗ ਸੀ। ਕਹਿੰਦੇ ਨੇ ਹਾਂ ਮਾਈ ਮੈਨੂੰ ਯਾਦ ਹੈ, ਤੂੰ 16 ਰੁਪਏ ਦੀ ਸਾਈਕਲ ਮੈਨੂੰ ਲੈ ਕੇ ਦਿੱਤੀ ਸੀ, ਤੂੰ ਸਾਈਕਲ ਵਾਲੀ ਮਾਂ ਹੈ। ਤੇ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕਹਿੰਦੇ ਕੀ ਕੰਮ ਹੈ ਮਾਈ, ਕਿਸ ਗੱਲੋਂ ਆਏ ਹੋ? ਕਹਿੰਦੇ ਨੇ ਬੱਚਾ ਹੈ ਬਾਰੂਮਲ ਦਾ ਬੱਚਾ ਹੈ। ਦੇਖੋ ਮਹਾਰਾਜ ਨੂੰ, ਸੰਤ ਜੀ ਨੂੰ ਪਤਾ ਲੱਗ ਗਿਆ ਕਿ ਇਹ ਮੇਰੇ ਅਗੇਂਸਟ ਲਿਖਦਾ ਰਿਹਾ ਸਾਰਾ ਕੁਝ। ਪਰ ਉਹਨੇ ਕਿਹਾ ਕੰਮ ਦੱਸੋ ਕੀ ਹੈ? ਕਹਿੰਦੇ ਬੱਚੇ ਦਾ ਜਵਾਬ ਦੇ ਦਿੱਤਾ ਡਾਕਟਰਾਂ ਨੇ, ਤੇ ਤੁਸੀਂ ਕੁਝ ਕਿਰਪਾ ਕਰੋ ਗੁਰੂ ਰਾਮਦਾਸ ਜੀ ਦੇ ਘਰ ਤੋਂ। ਉਸ ਬੱਚੇ ਨੂੰ ਉਹਨਾਂ ਨੇ ਗੋਦੀ 'ਚ ਲਿਆ, ਪਤਾ ਨਹੀਂ ਕੰਨ ਵਿੱਚ ਮੂਲ ਮੰਤਰ ਪੜ੍ਹਿਆ, ਜੋ ਵੀ ਉਹਨਾਂ ਦੀ ਮੌਤ ਸੀ। ਤੇ ਕੋਲ ਸਿੱਖ ਸੀ ਨਿਰਮਲ ਸਿੰਘ, ਉਹਨੂੰ ਕਹਿੰਦੇ ਨੇ ਇਸ ਬੱਚੇ ਨੂੰ ਚੁੱਕ ਕੇ ਨਾ ਸਰੋਵਰ ਦੇ ਕੰਢੇ ਲੈ ਜਾ, ਔਰ ਸੁਖਮਣੀ ਸਾਹਿਬ ਦਾ ਪਾਠ ਕਰ, ਇਹਨੂੰ ਕੋਲ ਲਟਾ ਲੈ। ਜਿਵੇਂ ਹੀ ਅਸ਼ਟਪਦੀ ਖਤਮ ਹੁੰਦੀ ਹੈ, ਚੁੱਲਾ ਜਲ ਦਾ ਨਾ ਸਰੋਵਰ ਵਿੱਚੋਂ ਲੈ ਕੇ ਨਾ ਇਹਦੇ ਸਿਰ ਦੇ ਵਿੱਚ ਪਾ, ਤੇ 24 ਵਾਰੀ 24 ਅਸ਼ਟਪਦੀ ਇਸ ਤਰ੍ਹਾਂ ਪੜ੍ਹਨੀਆਂ ਨੇ।
ते साध संगत सुखमणि सुख अमृत प्रभ नाम भगत जना के मन बिसरा। दुख रोग बिनसे भै भरम ਇਹ ਸਾਰੀਆਂ ਬਖਸ਼ਿਸ਼ਾਂ ਨੇ ਸੁਖਮਣੀ ਸਾਹਿਬ ਪੜ੍ਹਨ ਦੀਆਂ। ਮਹਾਰਾਜ ਕੀ ਕਹਿੰਦੇ? ਦੁਖ ਰੋਗ ਬਿਨਸੇ ਭੈ ਭਰਮ ਸਾਧ ਨਾਮ ਨਿਰਮਲ ਤਾਕੇ ਕਰਮ। ਜਿਹੜਾ ਸੁਖਮਣੀ ਸਾਹਿਬ ਪੜ੍ਹਦਾ ਨਾ ਉਹਦੇ ਦੁੱਖ ਰੋਗ ਭਰਮ ਸਭ ਖਤਮ ਹੁੰਦੇ ਨੇ ਤੇ ਨਾਮ ਉਹਦਾ ਸਾਧ ਪੈ ਜਾਂਦਾ ਹੈ। ਸਾਧ ਨਾਮ ਨਿਰਮਲ ਤਾਕੇ ਕਰਮ, ਕਰਮ ਉਹਦੇ ਮਲ ਤੋਂ ਰਹਿਤ ਨਿਰਮਲ ਹੋ ਜਾਂਦੇ ਨੇ। ਸਭ ਤੇ ਉੱਚ ਤਾਕੀ ਸ਼ੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ। ਇਹਨਾਂ ਗੁਣਾ ਕਰਕੇ ਇਸ ਦਾ ਨਾਮ ਸੁਖਮਣੀ ਪਿਆ ਹੈ। ਤੇ ਜਦ ਸੁਖਮਣੀ ਸਾਹਿਬ ਦਾ ਪਾਠ ਹੋਇਆ ਬਾਬਾ ਜੀ ਦੇ ਫਿਰ ਲੈ ਕੇ ਗਏ। ਕਹਿੰਦੇ ਨੇ ਹੁਣ ਇਹਨੂੰ ਕਮਰੇ ਵਿੱਚ ਲੈ ਜਾਓ, ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰੋ। 48 ਘੰਟੇ ਇਸ ਬੱਚੇ ਨੂੰ ਕਮਰੇ ਦੇ ਅੰਦਰ ਰੱਖਣਾ, ਪੂਰਾ ਪਾਠ ਇਹ ਸਰਵਣ ਕਰੇ। ਹੋਇਆ ਉਵੇਂ ਹੀ 48 ਘੰਟੇ ਪਾਠ ਕੀਤਾ, ਲੈ ਆਏ। ਬਾਬਾ ਜੀ ਕੋਈ ਇਜਾਜ਼ਤ ਲਈ ਘਰ ਆ ਗਏ, ਲੁਧਿਆਣੇ ਪਹੁੰਚੀ, ਪਰ ਨਾ ਇੱਕ ਮਨ ਦਾ ਅਕੀਦਾ ਜਿਹੜਾ ਵਿਸ਼ਵਾਸ ਭਰੋਸਾ ਨਹੀਂ ਬਣਿਆ। ਦੇਖੋ ਲੈ ਆਏ। ਹੁਣ ਉਹ ਬੁੱਢੀ ਮਾਤਾ ਨੇ ਉਤਰਨਾ ਸੀ ਲੁਧਿਆਣੇ, ਉਹ ਉਤਰੀ ਤੇ ਕਹਿਣ ਲੱਗੀ ਚਿੰਤਾ ਨਾ ਕਰੋ, ਤੁਹਾਨੂੰ ਉਸ ਨਾਮ ਦੀ ਦਵਾਈ ਮਿਲੀ ਹੈ। ਪਰ ਉਹ ਵਿਸ਼ਵਾਸ ਨਹੀਂ ਸੀ। ਦਿੱਲੀ ਪਹੁੰਚਦਿਆਂ ਉਸ ਬੱਚੇ ਦੀ ਹਾਲਤ ਹੋਰ ਪਤਲੀ ਹੋ ਗਈ, ਨਾਜ਼ੁਕ ਹੋ ਗਈ। ਪਰਿਵਾਰ ਰੋਣ ਲੱਗ ਪਿਆ। ਪਰ ਅਚਾਨਕ ਇਸ ਤਰ੍ਹਾਂ ਹੋਇਆ ਕਿ ਪਾਣੀਪਤ ਜਦ ਆਇਆ ਨਾ, ਬੱਚਾ ਕਹਿੰਦਾ ਮੈਨੂੰ ਭੁੱਖ ਲੱਗੀ ਹੈ। ਉਹੀ ਬੱਚਾ ਜਿਹੜੇ ਕਿੰਨੇ ਮਹੀਨਿਆਂ ਤੋਂ ਲਿਕੁਇਡ ਜੂਸ ਸੂਪ ਪੀ ਕੇ ਗੁਜ਼ਾਰਾ ਕਰ ਰਿਹਾ ਸੀ ਕਿਉਂਕਿ ਡਾਈਜੈਸਟ ਨਹੀਂ ਹੋ ਰਿਹਾ ਸੀ, ਕਹਿੰਦਾ ਮੈਨੂੰ ਬੜੀ ਜ਼ੋਰ ਦੀ ਭੁੱਖ ਲੱਗੀ ਹੈ। ਪਾਣੀਪਤ ਗੱਡੀ ਰੁਕਵਾਈ ਢਾਬੇ ਤੇ। ਮਾਤਾ ਨੇ, ਪਿਤਾ ਨੇ, ਦਾਦੀ ਨੇ ਉਹਨੂੰ ਭੋਜਨ ਵਾਸਤੇ ਆਪ ਉਹਨਾਂ ਨੂੰ ਕਿਹਾ ਵੀ ਇਹ ਤਿਆਰ ਕਰੋ। ਪ੍ਰਸ਼ਾਦੇ ਤਿਆਰ ਕਰਾ ਕੇ ਉਸ ਬੱਚੇ ਨੂੰ ਪ੍ਰਸ਼ਾਦਾ ਖਵਾਇਆ ਜਿਹੜਾ ਬੱਚਾ ਖਾਦਾ। ਤੇ ਉਸ ਦਾਦੀ ਨੇ ਦਾਦੇ ਨਾਲ ਫੋਨ ਤੇ ਗੱਲ ਕਰਾਈ। ਉਹ ਕਹਿੰਦਾ ਮੇਰਾ ਪੋਤੇ ਦੀ ਆਵਾਜ਼ ਹੀ ਨਹੀਂ ਹੈ। ਹੁਣ ਉਹ ਬੱਚਾ ਜਦ ਦਿੱਲੀ ਘਰ ਪਹੁੰਚੇ ਪਰਿਵਾਰ ਤੇ ਗੱਡੀ ਤੋਂ ਉਤਰ ਕੇ ਆਪ ਦਾਦੇ ਦੇ ਨਾਲ ਬਾਰੂਮਲ ਦੇ ਸੀਨੇ ਨਾਲ ਚਿਮੜ ਗਿਆ। ਉਹ ਕਹਿੰਦਾ ਆਪ ਬੱਚਾ ਚੱਲ ਕੇ ਆਇਆ। ਪਹਿਲਾਂ ਤੇ ਕੁਰਸੀ ਤੇ ਸੀ, ਹੈਂਡੀਕੈਪ ਵੀ ਹੋ ਗਿਆ ਸੀ ਕਿਉਂਕਿ ਸਰੀਰ ਤਾਕਤ ਨਹੀਂ ਸੀ। ਜਦ ਵੇਖਿਆ ਬੱਚਾ ਬਿਲਕੁਲ ਠੀਕ ਹੈ, ਖੁਰਾਕ ਵੀ ਖਾਣ ਲੱਗ ਪਿਆ। ਕੁਝ ਦਿਨ ਦੇਖਿਆ ਬੱਚੇ ਨੂੰ ਫਿਰ ਪਰਿਵਾਰ ਲੰਡਨ ਲੈ ਕੇ ਗਿਆ। ਮਾਇਆ ਤੇ ਬਹੁਤ ਸੀ, ਕੋਕਾ ਕੋਲਾ ਦੇ ਮਾਲਕ ਹੈ। ਉੱਥੇ ਜਾ ਕੇ ਸਾਰੇ ਉਸ ਬੱਚੇ ਦੇ ਟੈਸਟ ਹੋਏ। ਸਾਧ ਸੰਗਤ ਉਹ ਬੱਚਾ ਨਵਾਂ ਨਵੋਰ ਹੋ ਗਿਆ। ਪੂਰਨ ਦੇ ਅਰੋਗਤਾ ਦੀ ਦਾਤ ਗੁਰੂ ਨਾਨਕ ਦੇ ਘਰੋਂ, ਗੁਰੂ ਰਾਮਦਾਸ ਜੀ ਦੇ ਘਰੋਂ ਮਿਲ ਗਈ। ਕਹਿੰਦੇ ਨੇ ਜਦ ਬਾਰੂਮਲ ਕਹਿੰਦਾ ਮੈਂ ਉੱਥੋਂ ਦੀ ਲੰਡਨ ਤੋਂ ਵਾਪਸ ਆਇਆ ਤਦ ਤੱਕ ਮੇਰਾ ਦਿਲ ਕੀਤਾ ਕਿ ਮੈਂ ਆਪਣੀ ਭੁੱਲ ਵੀ ਬਖਸ਼ਾਵਾਂ ਤੇ ਆਪਣੇ ਬੱਚੇ ਨੂੰ ਲੈ ਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਕੋਲ ਜਾਵਾਂ ਤੇ ਆਪਣੀ ਪੁਰਾਣੀਆਂ ਭੁੱਲਾਂ ਵੀ ਵਸਾਵਾਂ ਕਿ ਤੁਸੀਂ ਮੇਰੇ ਪੋਤੇ ਦੀ ਜਾਨ ਬਖਸ਼ ਦਿੱਤੀ। ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ। ਕਹਿੰਦੇ ਨੇ ਨੇਤ ਪਰਮੇਸ਼ਰ ਦੇ ਘਰ ਪਹੁੰਚਿਆ, ਪਤਾ ਲੱਗਿਆ ਕਿ ਉਹਨਾਂ ਨੂੰ ਸ਼ਹਾਦਤ ਦਾ ਜਾਮ ਪੀ ਲਿਆ ਉਹਨਾਂ ਨੇ। ਕਹਿੰਦੇ ਨੇ ਉਸ ਤੋਂ ਬਾਅਦ ਮੈਂ ਸੋਚਿਆ ਮੈਂ ਸਭ ਤੋਂ ਵੱਡੀ ਤਸਵੀਰ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਲਿਆ ਕੇ ਘਰ ਦੇ ਸਾਹਮਣੇ ਲਟਕਾਈ। ਨਾਲ ਉਹਨਾਂ ਨੇ ਤੀਰ ਫੜੇ ਦੀ ਵੀ, ਦੇਖੋ ਕਈ ਤੁਸੀਂ ਦਰਸ਼ਨ ਕਰੋਗੇ ਤਸਵੀਰਾਂ ਤੇ ਕਹਿੰਦੇ ਨੂੰ ਸਾਰਾ ਸਾਡਾ ਟੱਬਰ ਸਵੇਰੇ ਕੋਈ ਕਾਰਜ ਬਾਅਦ ਵਿੱਚੋਂ ਕਰਦਾ, ਪਹਿਲਾਂ ਇਹਨਾਂ ਨੂੰ ਨਮਸਕਾਰ ਕਰਦਾ ਹੈ। ਔਰ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਿਹਾ ਸੀ ਅਖੰਡ ਪਾਠ ਸਾਹਿਬ ਅਸੀਂ ਤਾਂ ਰੱਖਾਂਗੇ, ਇੱਕ ਸਾਡੇ ਨਾਲ ਵਾਅਦਾ ਕਰਕੇ ਜਾਓ, ਕਮਿਟਮੈਂਟ ਕਰਕੇ ਜਾਓ ਕਿ ਇਸ ਬੱਚੇ ਦੇ ਕੇਸ ਕਦੀ ਨਹੀਂ ਕਤਲ ਕਰਾਓਗੇ। ਤਾਂ ਉਸ ਬੱਚੇ ਨੂੰ ਸਿੱਖ ਬਣਾਇਆ ਗਿਆ। ਤਾਂ ਸਾਧ ਸੰਗਤ ਜਨ ਕੀ ਧੂੜ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਇਹੀ। ਇਹਨਾਂ ਦੀ ਧੂੜੀ ਸਾਨੂੰ ਮਹਾਂਪੁਰਖਾਂ ਦੀ ਨਾਮ ਜਪਣ ਵਾਲਿਆਂ ਦੀ, ਜਿਹੜੇ ਨਾਮ ਦੇ ਨਾਲ ਰੱਤੇ ਹੋਏ ਨੇ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ, ਗੁਰ ਟੁੱਟੇ ਹਰ ਰੰਗ ਚਾੜਿਆ, ਫਿਰ ਬੋੜ ਨਾ ਹੋਵੀ ਭੰਗ। ਫਿਰ ਉਹ ਰੰਗ ਫਿਰ ਭੰਗ ਨਹੀਂ ਹੁੰਦਾ। ਦੇਖੋ ਲਲਾਰੀ ਕੋਲ ਅਸੀਂ ਕੱਪੜਾ ਰੰਗ ਕਰਾਉਣ ਜਾਈਏ ਨਾ, ਉਹ ਕੁਝ ਸਮਾਂ ਪਾ ਕੇ ਫਿੱਕਾ ਪੈ ਜਾਏਗਾ, ਪਰ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ। ਉਹ ਮਜੀਠ ਦਾ ਰੰਗ ਇੱਕ ਸੁੰਮਦਾ ਹੁੰਦਾ ਹੈ, ਉਹ ਨਾ ਭੁਰ ਜਾਂਦਾ ਹੈ, ਉਹ ਕਦੀ ਵੀ ਖਤਮ ਹੋ ਜਾਏਗਾ। ਪਰ ਮਜੀਠ ਦਾ ਰੰਗ ਉਹ ਕਦੀ ਨਹੀਂ, ਉਹ ਗੁਰੂ ਕੋਲ ਮਿਲਦਾ ਹੈ। ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ
ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ। ਜੇ ਰੰਗਣ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਆਪ ਰੰਗਣਗੇ, ਉਹ ਫਿਰ ਰੰਗ ਉਤਰੇਗਾ ਨਹੀਂ। ਉਹ ਕਿਹੜਾ ਲਾਲ ਰੰਗ ਤਿਸਕੋ ਲਗਾ, ਜਿਸਕੇ ਵਡਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਨਾ ਉਹ ਰੰਗ ਐਸਾ ਹੈ, ਨਾ ਕਦੀ ਵਿਕਾਰਾਂ ਦੀ ਮੈਲ ਲੱਗੇਗੀ, ਨਾ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਦਾਗ ਲੱਗੇਗਾ, ਕਿਉਂਕਿ ਲਾਲ ਰੰਗ ਮਜੀਠ ਦਾ ਉਸ ਪਰਮਾਤਮਾ ਨੇ ਉਹਦੇ ਉੱਤੇ ਚੜਾ ਦਿੱਤਾ ਹੈ। तो गुरु महाराज कहते जाको हर रंग लागो इस युग में, सो कईयत है सूरा। वो सूरा है जिन्हों नाम का रंग लग्या है। सो समा 5 मिनट 10 मिनट उपर हो गया, दास खिमा का जाचक है। सारियां दा तह दिल तो धन्यवाद। मेरा एक मन का वलवला सी कि ये जून का महीना चल रहा है, शहादतां दा दिन ने, ते मैं कुछ ना कुछ संत बाबा जरनैल सिंह जी बहुत उन्होंने परोपकार ने, साध संगत कई सहधारी भी ਉਹਨਾਂ ਦੇ ਕੋਲ ਆਉਂਦੇ ਸਨ, ਦੁੱਖੜੇ ਸੁਣਾਉਂਦੇ ਸਨ ਤੇ ਉਹਨਾਂ ਨੂੰ ਇਤਨਾ ਪਿਆਰ ਦਿੰਦੇ ਸਨ, ਇੱਥੋਂ ਤੱਕ ਕਿ ਹਰਮੰਦਰ ਸਾਹਿਬ ਦੇ ਵਿੱਚ ਵੀ ਟੈਂਕ ਨੂੰ ਹੀ ਰੋਕਣ ਵਾਲੇ ਸਹਿਜਧਾਰੀ ਤੋਂ ਕਨਵਰਟ ਹੋ ਕੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੀ, ਉਹਨਾਂ ਨੇ ਮੁਕਾਬਲਾ ਵੀ ਕੀਤਾ, ਜਿਨ੍ਹਾਂ ਨੂੰ ਉਹਨਾਂ ਦੀ ਅਵਸਥਾ ਦਾ ਗਤ ਦਾ ਪਤਾ ਲੱਗ ਗਿਆ ਹੈ। ਤਾਂ ਮਹਾਰਾਜ ਕਿਰਪਾ ਕਰਨ। ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਇੱਕ ਬੇਨਤੀ ਹੋਰ ਵੀ ਹੈ ਕਿ ਹੁਣ 11 ਤੋਂ 12 ਵੀ ਦਾਸ ਦੀ ਵਿਚਾਰ ਤਿਲਕਜੀਤ ਸਿੰਘ ਜੀ ਖੁਰਾਨਾ, ਜਿਨ੍ਹਾਂ ਦੇ ਰੋਜ਼ਾਨਾ ਬਿਲਾਵਲ ਦੀ ਚੌਂਕੀ ਹੁੰਦੀ ਹੈ, ਉੱਥੇ ਵੀ ਗੁਰੂ ਮਹਾਰਾਜ ਬਖਸ਼ਿਸ਼ ਕਰਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਹ ਸ਼ਹੀਦੀ ਸਾਕਾ ਅਸੀਂ ਸਾਂਝ ਕਰਾਂਗੇ। ਤੁਹਾਡੀ ਅਸੀਸ, ਤੁਹਾਡੀ ਚਰਨ ਧੂੜੀ, ਤੁਹਾਡਾ ਪਿਆਰ ਚਾਹੀਦਾ ਹੈ। ਤੁਸੀਂ ਸੀਸ 'ਤੇ ਮਿਹਰ ਭਰਿਆ ਹੱਥ ਰੱਖੋ, ਸਤਿਗੁਰੂ ਇਹ ਸੇਵਾ ਕਰਵਾ ਲੈਣ। ਮਹਾਰਾਜ ਬਖਸ਼ਿਸ਼ ਕਰਨ। ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।